ਸੋ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਸਾਡੀ ਹੋਈ ਹੈਗੀ ਆ, ਇੱਕ ਬੰਦਾ ਤਾਂ ਪਹਿਲਾਂ ਹੀ ਸ਼ਨਾਖਤ ਹੋ ਗਈ ਸੀ ਜਿਹਨੂੰ ਕਿ ਵਾਇਲੇਸ਼ਨ ਟਿਕਟ ਦਿੱਤੀ ਗਈ ਹੈਗੀ ਆ। ਇੱਕ ਹੋਰ ਇੰਡੀਵਿਜੂਅਲ ਸੀ ਜਿਹਨੇ ਕਿ ਗੱਡੀ ਨੂੰ ਦੀ ਡੋਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ, ਪੁਲਿਸ ਆਫਸਰ। ਜਿਹੜੀ ਸਾਡੀ ਇਨਵੈਸਟੀਗੇਸ਼ਨ ਹਾਲੇ ਵੀ ਜਾਰੀ ਹੈਗੀ ਆ। ਅਸੀਂ ਜਿਹੜੇ ਬੰਦੇ ਇਹਨਾਂ ਦੇ ਵਿੱਚ ਆਏ ਸੀਗੇ ਵੀਡੀਓ ਦੇ ਵਿੱਚ, ਉਹਨਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਜਿਹੜੇ ਚਾਰਜਸ ਹੈਗੇ ਆ ਉਹ ਬਹੁਤ ਹੀ ਛੇਤੀ ਅਸੀਂ ਰੈਕਮੈਂਡ ਕਰ ਦੇਣੇ ਹੈਗੇ ਆ। 10 ਤੋਂ 15 ਜਾਣੇ ਸੀਗੇ ਜੋ ਉਸ ਏਰੀਆ ਦੇ ਵਿੱਚ ਪੁਲਿਸ ਆਫਸਰ ਦੇ ਨਾਲ ਮਿਸਬਿਹੇਵ ਕਰ ਰਹੇ ਸੀ ਤੇ ਉਹਨਾਂ ਦੀ ਗੱਡੀ ਨੂੰ ਘੇਰਾ ਪਾਇਆ ਸੀ। ਤੇ ਇਹ ਜਿਹੜੀਆਂ ਫਿਰ 40 ਮੁੰਡਿਆਂ ਦੇ ਇਨਵੋਲਵ ਹੋਣ ਦੀ ਗੱਲ, ਉਹ ਟੋਟਲੀ ਮਿਸਲੀਡਿੰਗ ਹੈਗੀ ਹੈ ਜੀ? ਬਿਲਕੁਲ ਜੀ, ਸਾਡੇ ਵੱਲੋਂ ਇਹੋ ਜਿਹੀ ਕੋਈ ਰਿਪੋਰਟ ਨਹੀਂ ਆਈ ਜਿਹਦੇ ਵਿੱਚ ਕਿ ਕਿਹਾ ਜਾਵੇ ਕਿ 40 ਜਾਣਿਆਂ ਨੇ ਘੇਰਾ ਪਾਇਆ ਸੀ ਪੁਲਿਸ ਆਫਸਰ ਨੂੰ। ਰਿਪੋਰਟੇਸ਼ਨ ਜਿਹੜੀ ਉਹ ਪੁਲਿਸ ਨਹੀਂ ਕਰਦੀ ਹੈਗੀ, ਉਹ CBSA ਵਾਲੇ ਕਰਦੇ ਹੈਗੇ। ਇਹ ਉਹਨਾਂ ਦੀ ਮਹਿਕਮੇ ਦੇ ਵਿੱਚ ਆ ਜਾਂਦਾ ਹੈਗਾ। ਇੱਦਾਂ ਹੈਗੀ ਕਿ ਜਦੋਂ ਵੀ ਤੁਸੀਂ ਕੋਈ ਵੀ ਕ੍ਰਿਮੀਨਲ ਐਕਟ ਕਰਦੇ ਹੈਗੇ ਆ, ਜੇ ਤੁਸੀਂ ਅਰੈਸਟ ਹੁੰਦੇ ਆ, ਤੁਹਾਡਾ ਨਾਮ ਪੁਲਿਸ ਦੇ ਵਿੱਚ ਆਉਂਦਾ ਹੈਗਾ, ਉਹਦੀ ਰਿਪੋਰਟ CBSA ਨੂੰ ਅਸੀਂ ਜ਼ਰੂਰ ਭੇਜਦੇ ਹੈਗੇ ਆ। TV ਪੰਜਾਬ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸਾਥੀਓ, ਅੱਜ ਅਸੀਂ RCMP ਦੇ ਸਰੀ ਆਫਿਸ ਆਏ ਹਾਂ, ਜਿੱਥੇ ਕਨਸਟੇਬਲ ਸੰਘਾ ਜਿਹੜੇ ਸਰਬਜੀਤ ਕੌਰ ਸੰਘਾ ਸਾਡੇ ਨਾਲ ਨੇ, ਜਿਹੜੇ ਮੀਡੀਆ ਨੂੰ ਹੈਂਡਲ ਕਰਦੇ ਨੇ। ਉਹ ਇਨਫੋਰਮੇਸ਼ਨ ਸਾਰੀ ਇਹਨਾਂ ਦੇ ਥਰੂ ਪਾਸ ਹੋ ਕੇ ਜਾਂਦੀ ਹੈ। ਇਹਨਾਂ ਨਾਲ ਆਪਾਂ ਸਟ੍ਰਾਬੇਰੀ ਹਿੱਲ ਬਾਰੇ ਤੇ ਹੋਰ ਕੇਸਿਸ ਬਾਰੇ ਵੀ ਕੁਝ ਗੱਲਾਂ ਕਰਨੀਆਂ ਨੇ। ਤੇ ਸਰਬਜੀਤ ਕੌਰ ਸੰਘਾ ਜੀ, ਤੁਹਾਡਾ ਸਵਾਗਤ ਹੈ TV ਪੰਜਾਬ ਤੋਂ। ਤੁਹਾਨੂੰ ਸਾਰੇ ਤੁਹਾਡੇ ਸਰੋਤਿਆਂ ਨੂੰ ਵੀ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾ ਸਵਾਲ ਮੈਂ ਇਹੀ ਪੁੱਛਣਾ ਚਾਹੂੰਗਾ ਜੀ, ਜਿਹੜਾ ਐਡਾ ਬਹੁਤ ਚਰਚਿਤ ਕੇਸ ਹੈਗਾ ਜੀ ਸਟ੍ਰਾਬੇਰੀ ਹਿੱਲ ਵਾਲਾ, ਜਿੱਥੇ ਸਟੂਡੈਂਟਸ ਨੇ ਇੱਕ ਪੁਲਿਸ ਅਫੀਸਰ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਤਕਰਾਰ ਹੋਈ, ਉਹਦੇ ਬਾਰੇ ਕੀ ਅਪਡੇਟ ਹੈਗਾ? ਹਾਂਜੀ, ਸੋ ਪਹਿਲਾਂ ਮੈਂ ਤੁਹਾਨੂੰ ਥੋੜ੍ਹੀ ਜਿਹੀ ਇੱਕ ਬੈਕਗਰਾਊਂਡ ਦੱਸ ਦਿੰਦੀ ਇਹਦੇ ਬਾਰੇ। ਸਤੰਬਰ ਦੀ 11 ਤਰੀਕ ਨੂੰ ਇਹ ਇਨਸੀਡੈਂਟ ਹੋਇਆ ਸੀਗਾ, ਜਿਹੜਾ ਕਿ ਸ਼ਾਮ ਦੇ 9 ਵਜੇ ਦੀ ਗੱਲ ਹੈਗੀ ਆ, ਜਿੱਥੇ ਕਿ ਸਾਨੂੰ ਕੰਪਲੇਂਟ ਆਈ ਸੀ, ਨੋਇਜ਼ ਕੰਪਲੇਂਟ ਆਈ ਸੀਗੀ ਕਿ ਇਸ ਏਰੀਆ ਦੇ ਵਿੱਚ ਇੱਕ ਗੱਡੀ ਪਿਛਲੇ 3 ਘੰਟੇ ਤੋਂ ਚੱਕਰ ਕੱਢ ਰਹੀ ਸੀ ਤੇ ਗੱਡੀ ਬਹੁਤ ਹੀ ਜ਼ਿਆਦਾ ਲਾਊਡ ਸੀਗੀ। ਤੇ ਜਦੋਂ ਇਸ ਘਟਨਾ ਨੂੰ ਲੈ ਕੇ ਸਾਡੇ ਪੁਲਿਸ ਆਫਸਰ ਨੇ ਰਿਸਪੌਂਡ ਕੀਤਾ ਹੈਗਾ ਆ, ਤੇ ਉਸ ਦੇ ਨਾਲ ਬਦਸਲੂਕੀ ਹੋਈ ਜਦੋਂ ਉਹਨੇ ਇੱਕ ਵਾਇਲੇਸ਼ਨ ਟਿਕਟ ਇਸ਼ੂ ਕੀਤੀ। ਜਿਹੜਾ ਡਰਾਈਵਰ ਸੀ, ਜਿਹੜੇ ਕਿ ਇਸ ਗੱਡੀ ਦੇ ਜਿਹਦੀ ਗੱਡੀ ਸੀਗੀ ਜਿਹੜੀ ਕਿ ਜ਼ਿਆਦਾ ਨੋਇਜ਼ ਕਰ ਰਹੀ ਸੀਗੀ, ਉਹਨਾਂ ਨੂੰ ਵਾਇਲੇਸ਼ਨ ਟਿਕਟ ਇਸ਼ੂ ਕੀਤੀ ਤੇ ਉਹਨਾਂ ਦਾ ਰਿਸਪੌਂਸ ਮੋਰੀਅਮ ਵੈਰੀ ਅਨਕੋਆਪਰੇਟਿਵ ਸੀਗਾ। ਤੇ ਉਹਦੇ ਨਾਲ ਨਾਲ ਜਿਹੜੇ ਬਾਕੀ ਲੋਕੀ ਉੱਥੇ ਮੌਜੂਦ ਸੀ, ਉਹਨਾਂ ਨੇ ਵੀ ਪੁਲਿਸ ਆਫਸਰ ਨੂੰ ਸਵਾਰਮ ਕੀਤਾ, ਜਿੱਦਾਂ ਕਿ ਘੇਰਾ ਪਾਇਆ ਉਹਨਾਂ ਨੂੰ, ਤੇ ਉਹਨਾਂ ਨੂੰ ਉੱਥੋਂ ਜਾਣ ਲਈ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਜਦੋਂ ਇਹ ਘਟਨਾ ਹੋਈ ਸੀ ਤਾਂ ਉਸ ਵੇਲੇ ਇੱਕ ਵਾਇਲੇਸ਼ਨ ਟਿਕਟ ਇਸ਼ੂ ਕੀਤੀ ਗਈ ਸੀ ਡਰਾਈਵਰ ਨੂੰ, ਤੇ ਨਾਲ ਨਾਲ ਇੱਕ ਨੋਟਿਸ ਐਂਡ ਆਰਡਰ ਵੀ ਜਾਰੀ ਕੀਤਾ ਗਿਆ ਸੀ, ਤਾਂ ਕਿ ਜਿਹੜੀ ਗੱਡੀ ਸੀ ਉਹਨੂੰ 30 ਦਿਨਾਂ ਦੇ ਵਿੱਚ ਜੋ ਵੀ ਇਹਦੇ ਵਿੱਚ ਖਾਮੀਆਂ ਸੀਗੀਆਂ ਉਹਨਾਂ ਨੂੰ ਠੀਕ ਕੀਤਾ ਜਾਵੇ। ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਣਾ ਜ਼ਰੂਰ ਸਮਝਦੀ ਹਾਂ ਕਿ ਜਿਹੜੇ 30 ਦਿਨ ਦੀ ਹੁੰਦੀ ਨੋਟਿਸ ਐਂਡ ਆਰਡਰ, ਜੇ ਤੁਸੀਂ ਉਹ ਜਿਹੜੇ ਹੈਗੀ ਆ ਤੁਹਾਨੂੰ ਜਿਹੜਾ ਪੁਲਿਸ ਆਫਸਰ ਨੇ ਦੱਸਿਆ ਕਿ ਇਸ ਡੀਲਰਸ਼ਿਪ ਜਾ ਕੇ ਜਾਂ ਆਟੋਮੋਟਿਵ ਸ਼ਾਪ ਹੈਗੀ ਆ, ਉੱਥੇ ਜਾ ਕੇ ਜੇ ਤੁਸੀਂ ਇਹਨਾਂ ਨੂੰ ਠੀਕ ਨਹੀਂ ਕਰਦੇ ਹੈਗੇ ਤਾਂ ਤੁਹਾਨੂੰ $598 ਦਾ ਜੁਰਮਾਨਾ ਹੋ ਸਕਦਾ ਹੈਗਾ ਆ। ਸੋ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਸਾਡੀ ਹੋਈ ਹੈਗੀ ਆ, ਇੱਕ ਬੰਦਾ ਤਾਂ ਪਹਿਲਾਂ ਹੀ ਸ਼ਨਾਖਤ ਹੋ ਗਈ ਸੀ ਜਿਹਨੂੰ ਕਿ ਵਾਇਲੇਸ਼ਨ ਟਿਕਟ ਦਿੱਤੀ ਗਈ ਹੈਗੀ ਆ। ਇੱਕ ਹੋਰ ਇੰਡੀਵਿਜੂਅਲ ਸੀ ਜਿਹਨੇ ਕਿ ਗੱਡੀ ਨੂੰ ਦੀ ਡੋਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਆਫਸਰ ਦੀ। ਸੋ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਹਾਲੇ ਵੀ ਜਾਰੀ ਹੈਗੀ ਆ। ਅਸੀਂ ਜਿਹੜੇ ਬੰਦੇ ਇਹਨਾਂ ਦੇ ਵਿੱਚ ਆਏ ਸੀਗੇ ਵੀਡੀਓ ਦੇ ਵਿੱਚ, ਉਹਨਾਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਜਿਹੜੇ ਚਾਰਜਸ ਹੈਗੇ ਆ ਉਹ ਬਹੁਤ ਹੀ ਛੇਤੀ ਅਸੀਂ ਰੈਕਮੈਂਡ ਕਰ ਦੇਣੇ ਹੈਗੇ ਆ। ਤੇ ਹੋ ਸਕਦਾ ਹੈ ਕਿ ਇਸ ਵੀਕ ਦੇ ਐਂਡ ਦੇ ਵਿੱਚ ਅਸੀਂ ਜਿਹੜਾ ਸਾਡੀ ਰਿਪੋਰਟ ਜਾਂਦੀ ਹੈਗੀ ਆ ਕਰਾਊਨ ਕਾਉਂਸਲ ਨੂੰ, ਉਹ ਉਹਨਾਂ ਤੱਕ ਪਹੁੰਚ ਜਾਵੇ। ਇਹ ਜਿਹੜੇ 2 ਬੰਦੇ ਸ਼ਨਾਖਤ ਕੀਤੀ ਹੈ ਜੀ, ਇੱਕ ਜਿਹਦੇ ਟਿਕਟ ਇਸ਼ੂ ਹੋਈ, ਦੂਸਰਾ ਜਿਹੜਾ ਅਬਸਟਰਕਟ ਕਰ ਰਿਹਾ ਸੀ ਗੱਡੀ ਦਾ ਸ਼ੀਸ਼ਾ, ਬਾਰੀ ਖੋਲ੍ਹ ਰਿਹਾ ਸੀਗਾ, ਉਹਨਾਂ ਦੇ ਨਾਮ ਵਗੈਰਾ ਡਿਸਕਲੋਜ਼ ਕਰ ਸਕੋਗੇ? ਜਾਂ ਫਿਰ ਉਹਨਾਂ 'ਤੇ ਜਿਹੜੇ ਚਾਰਜਸ ਕਦੋਂ ਤੱਕ ਫਰੇਮ ਹੋ ਜਾਣੇ ਹੈ, ਜਾਂ ਫਿਰ ਉਹਨਾਂ ਦੀ ਅਰੈਸਟ ਹੋਣੀ ਹੈ ਕਿ ਨਹੀਂ, ਇਹ ਵੀ ਪਲੀਜ਼ ਦੱਸਿਓ। ਹਾਂਜੀ, ਸੋ ਜਦੋਂ ਅਸੀਂ ਅਰੈਸਟ ਕਰਾਂਗੇ ਉਹ ਤਾਂ ਅਸੀਂ ਜ਼ਰੂਰ ਮੀਡੀਆ ਰਿਲੀਜ਼ ਦੇ ਰਾਹੀਂ ਸ਼ੇਅਰ ਕਰਾਂਗੇ। ਕਿਸੇ ਦੇ ਨਾਂ ਅਸੀਂ ਉਹਨਾਂ ਚਿਰ ਸ਼ੇਅਰ ਨਹੀਂ ਕਰਦੇ ਹੈਗੇ ਜਿੰਨਾ ਚਿਰ ਇੱਥੇ ਇੱਦਾਂ ਕਹਿੰਦੇ ਜਿੰਨਾ ਚਿਰ ਤੁਹਾਨੂੰ ਕਨਵਿਕਸ਼ਨ ਨਹੀਂ ਹੁੰਦੀ ਹੈਗੀ। ਸੋ ਜਦੋਂ ਮਾਮਲਾ ਕੋਰਟ ਨੂੰ ਜਾਣਾ ਹੁੰਦਾ ਹੈਗਾ, ਅਸੀਂ ਕਿਸੇ ਦਾ ਨਾਮ ਨਹੀਂ ਸ਼ੇਅਰ ਕਰਦੇ ਹੈਗੇ, ਬਿਕਾਜ਼ ਕੋਰਟ ਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਗਿਲਟੀ ਹੈਗੇ ਜਾਂ ਨਹੀਂ ਹੈਗੇ। ਸਾਡਾ ਕੰਮ ਹੈਗਾ ਇਨਵੈਸਟੀਗੇਸ਼ਨ ਕਰਕੇ ਸਾਰੇ ਪ੍ਰੂਫ ਇੱਕ ਰਿਪੋਰਟ ਵਿੱਚ ਲਿਖ ਕੇ ਉਹਨਾਂ ਨੂੰ ਕੋਰਟ ਦੇ ਸਾਹਮਣੇ ਪੇਸ਼ ਕਰਨਾ, ਤੇ ਫਿਰ ਕੋਰਟ ਉਸ ਤੋਂ ਬਾਅਦ ਡਿਸੀਜਨ ਲੈਂਦੀ ਹੈਗੀ ਆ। ਪਰ ਇਸ ਮਾਮਲੇ ਦੇ ਵਿੱਚ ਕਿਉਂਕਿ ਕਈ ਇੰਟਰਨੈਸ਼ਨਲ
ਸਟੂਡੈਂਟ ਹੈਗੇ ਆ, ਇਹ ਮਾਮਲਾ CBSE ਵੱਲੋਂ ਵੀ ਜ਼ਰੂਰ ਜਾਊਗਾ। CBSE ਵੱਖਰੀ ਤਰ੍ਹਾਂ ਕੰਮ ਕਰਦਾ ਹੈਗਾ, ਉਹਨਾਂ ਨੂੰ ਕਿਸੇ ਨੂੰ ਕਹਿ ਲਓ ਕੋਰਟ ਦੇ ਵਿੱਚ ਲਿਜਾਣ ਦੀ ਲੋੜ ਹੁੰਦੀ ਹੈਗੀ, ਉਹ ਉਹਨਾਂ ਦੀ ਆਪਣੀ ਇਨਵੈਸਟੀਗੇਸ਼ਨ ਸੈਪਰੇਟ ਚੱਲਦੀ ਹੈਗੀ ਆ। ਤੇ ਇਹਦੇ 'ਚ ਜਿਵੇਂ ਕੇਸ ਪ੍ਰੋਸੀਡ ਹੋ ਰਿਹਾ ਜੀ, ਤੇ ਇਹਦੇ 'ਚ ਜਿਹੜੇ ਬਾਕੀ ਮੁੰਡੇ ਕਿੰਨੇ ਇਨਵੋਲਵ ਹੈਗੇ, ਉਹਨਾਂ ਦਾ ਨੰਬਰ ਤਾਂ ਆਇਡੈਂਟੀਫਾਈ ਹੋ ਗਿਆ ਹੋਵੇਗਾ ਕਿ ਕਿੰਨੇ ਕੁ ਲੋਕੀ ਇਨਵੋਲਵ ਸੀਗੇ ਇਹਦੇ 'ਚ? ਦੇਖੋ ਜੀ, ਮੈਂ ਵੀ ਵੀਡੀਓ ਹੀ ਦੇਖੀਆਂ ਹੈਗੀਆਂ, ਤੇ ਬਾਕੀ ਜਿਹੜੇ ਸਾਡੇ ਪੁਲਿਸ ਅਫਸਰ ਦਾ ਅਕਾਊਂਟ ਹੈਗਾ, ਉਹਨਾਂ ਦੀ ਰਿਪੋਰਟ ਹੈ, ਉੱਥੋਂ ਮੈਨੂੰ ਇਹੀ ਪਤਾ ਲੱਗਾ ਹੈਗਾ ਕਿ 10 ਤੋਂ 15 ਜਾਣੇ ਸੀਗੇ ਜੋ ਉਸ ਏਰੀਆ ਦੇ ਵਿੱਚ ਪੁਲਿਸ ਅਫਸਰ ਦੇ ਨਾਲ ਮਿਸਬਿਹੇਵ ਕਰ ਰਹੇ ਸੀ ਤੇ ਉਹਨਾਂ ਦੀ ਗੱਡੀ ਨੂੰ ਘੇਰਾ ਪਾਇਆ ਸੀ। ਤੇ ਇਹ ਜਿਹੜੀਆਂ ਫਿਰ 40 ਮੁੰਡਿਆਂ ਦੇ ਇਨਵੋਲਵ ਹੋਣ ਦੀ ਗੱਲ, ਉਹ ਟੋਟਲੀ ਮਿਸਲੀਡਿੰਗ ਹੈਗੀ ਹੈ ਜੀ? ਬਿਲਕੁਲ ਜੀ, ਸਾਡੇ ਵੱਲੋਂ ਇਹੋ ਜਿਹੀ ਕੋਈ ਰਿਪੋਰਟ ਨਹੀਂ ਆਈ ਜਿਹਦੇ ਵਿੱਚ ਕੀ ਕਿਹਾ ਜਾਵੇ ਕਿ 40 ਜਾਣਿਆਂ ਨੇ ਘੇਰਾ ਪਾਇਆ ਸੀ ਪੁਲਿਸ ਅਫਸਰ ਨੂੰ। ਜਾਂ ਮੈਂ ਇਹ ਵੀ ਦੇਖਿਆ ਹੈਗਾ ਆ ਕਿ ਇੱਕ ਇੰਡੀਆ ਦੇ ਵਿੱਚੋਂ ਨਿਊਜ਼ ਆਈ ਹੈਗੀ ਜਿਹਦੇ ਵਿੱਚ ਲਿਖਿਆ ਹੈ ਕਿ 40 ਜਾਣਿਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਜਿਹੜੀ ਇਨਵੈਸਟੀਗੇਸ਼ਨ ਹੈ ਉਹ ਜਾਰੀ ਹੈਗੀ ਆ, ਤੇ ਡਿਪੋਰਟੇਸ਼ਨ ਜਿਹੜੀ ਉਹ ਪੁਲਿਸ ਨਹੀਂ ਕਰਦੀ ਹੈਗੀ, ਉਹ CBSE ਵਾਲੇ ਕਰਦੇ ਹੈਗੇ। ਇਹ ਉਹਨਾਂ ਦੀ ਮਹਿਕਮੇ ਦੇ ਵਿੱਚ ਆ ਜਾਂਦਾ ਹੈਗਾ। ਇੱਦਾਂ ਹੈਗੀ ਕਿ ਜਦੋਂ ਵੀ ਤੁਸੀਂ ਕੋਈ ਵੀ ਕ੍ਰਿਮੀਨਲ ਐਕਟ ਕਰਦੇ ਹੈਗੇ ਆ, ਜੇ ਤੁਸੀਂ ਅਰੈਸਟ ਹੁੰਦੇ ਆ, ਤੁਹਾਡਾ ਨਾਂ ਪੁਲਿਸ ਦੇ ਵਿੱਚ ਆਉਂਦਾ ਹੈਗਾ, ਉਹਦੀ ਰਿਪੋਰਟ CBSE ਨੂੰ ਅਸੀਂ ਜ਼ਰੂਰ ਭੇਜਦੇ ਹੈਗੇ ਆ। ਜਿਹੜਾ ਇਹ ਚਾਰजेस ਜਿਸ ਤਰੀਕੇ ਦੇ ਹੋ ਰਹੇ ਨੇ ਜੀ ਫਰੇਮ, ਇਹਦੇ 'ਚ ਮੈਕਸਿਮਮ ਪਨਿਸ਼ਮੈਂਟ ਕਿੰਨੀ ਹੈਗੀ ਐਜ਼ ਪਰ ਲਾਅ, ਜਿਹੜੇ ਦੋ ਇਹ ਮੇਨ ਜਿਹੜੇ ਤੁਸੀਂ ਆਇਡੈਂਟੀਫਾਈ ਕੀਤੇ ਨੇ? ਦੇਖੋ ਜੀ, ਬਿਕਾਜ਼ ਆਪਾਂ ਹੁਣ ਇੱਥੇ ਆਪਾਂ ਗੱਲ ਕਰ ਰਹੇ ਹਾਂ ਇੰਟਰਨੈਸ਼ਨਲ ਜਿਹੜੇ ਇਹਨਾਂ ਦਾ ਸਟੇਟਸ ਹੈਗਾ ਇਸ ਕੰਟਰੀ ਦੇ ਵਿੱਚ, ਇੰਟਰਨੈਸ਼ਨਲ ਸਟੂਡੈਂਟ ਦੇ ਆਏ ਤੌਰ 'ਤੇ ਆਪਾਂ ਜਿਹੜੇ ਦੋ ਚਾਰजेस ਆਪਾਂ ਫੋਰਵਰਡ ਕਰਨੇ ਹੈਗੇ ਆ, ਜਿਹੜੇ ਰეკਮੈਂਡ ਕਰਨੇ ਹੈਗੇ ਆ, ਉਹ ਇੱਕ ਤਾਂ ਹੈਗਾ ਆ ਇੰਟੀਮੀਡੇਸ਼ਨ ਆਫ ਜਸਟਿਸ ਸਿਸਟਮ, ਜਿਹਦਾ ਕਿ ਪੰਜਾਬੀ 'ਚ ਮਤਲਬ ਹੈ ਕਿ ਤੁਸੀਂ ਕਿਸੇ ਲਾਅ ਇਨਫੋਰਸਮੈਂਟ ਆਫਿਸਰ ਨੂੰ ਧਮਕੀ ਦਿੱਤੀ ਆ ਜਾਂ ਇੰਟੀਮੀਡੇਟ ਬਾਈ ਯੋਰ ਐਕਸ਼ਨ, ਕੋਈ ਐਕਸ਼ਨ ਤੁਸੀਂ ਇਹੋ ਜਿਹਾ ਕੀਤਾ ਕਿ ਉਹਨੂੰ ਆਪਣੀ ਜਾਨ ਦਾ ਖਤਰਾ ਪੈ ਗਿਆ। ਇੱਦਾਂ ਇੰਟੀਮੀਡੇਸ਼ਨ ਆਫ ਜਸਟਿਸ ਸਿਸਟਮ ਇੱਥੇ ਆ ਜਾਂਦਾ ਹੈ। ਤੇ ਦੂਜਾ ਜਿਹੜਾ ਚਾਰਜ ਹੈਗਾ ਅਬਸਟਰਕਸ਼ਨ ਆਫ ਜਸਟਿਸ ਸਿਸਟਮ, ਉਹਦੇ ਵਿੱਚ ਤੁਸੀਂ ਜਿਹੜਾ ਲਾਅ ਇਨਫੋਰਸਮੈਂਟ ਆਫਿਸਰ ਆ, ਉਹਨੂੰ ਤੁਸੀਂ ਆਪਣਾ ਕੰਮ ਕਰਨ ਨਹੀਂ ਦਿੱਤਾ, ਤੁਸੀਂ ਰੋਕ ਪਾਈ ਹੈਗੀ ਆ। ਇਹ ਦੋ ਚਾਰजेस ਜਿਹੜੇ ਅਸੀਂ ਰეკਮੈਂਡ ਕਰਨੇ ਹੈਗੇ ਆ, ਤੇ ਇਹ ਹੁਣ ਕੋਰਟ 'ਤੇ ਡਿਪੈਂਡ ਕਰਦਾ ਹੈਗਾ ਕਿ ਉਹ ਅਪਰੂਵ ਚਾਰਜ ਕਰਦੇ ਆ, ਤੇ ਉਸ ਤੋਂ ਬਾਅਦ ਕੋਰਟ ਦੀ ਪ੍ਰੋਸੈਸ ਦੇ ਵਿੱਚ ਕਿੱਥੇ ਤੱਕ ਜਾਂਦਾ ਹੈਗਾ ਆ। ਤੇ ਜੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਆ, ਕਈ ਵਾਰ ਇੱਦਾਂ ਹੁੰਦੀ ਹੈਗੀ ਆ ਕਿ ਕੋਰਟ ਦੇ ਵਿੱਚ ਕਨਵਿਕਸ਼ਨ ਨਹੀਂ ਹੁੰਦੀ ਹੈਗੀ, ਪਰ ਫਿਰ ਵੀ CBSE ਉਹਨਾਂ ਨੂੰ ਡਿਪੋਰਟ ਕਰ ਦਿੰਦੇ ਆ। ਜਿਹੜੇ ਦੂਸਰੇ ਬਾਕੀ ਇਨਵੋਲਵ ਹੈਗੇ 10 ਤੋਂ 12 ਲੋਕ, ਉਹਨਾਂ ਤੇ ਡਿਫਰੈਂਟ ਚਾਰजेस ਫਰੇਮ ਹੋਣਗੇ ਅਗਰ ਉਹ ਆਇਡੈਂਟੀਫਾਈ ਹੋ ਜਾਂਦੇ ਆ? ਸਾਨੂੰ ਇਹ ਗੱਲ ਹੈਗੀ ਹੈ ਕਿ ਜੋ ਇਸ ਏਰੀਆ ਦੇ ਵਿੱਚ ਇਸ਼ੂਜ਼ ਹੈਗੇ ਆ, ਉਹ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਹੈਗੇ ਆ, ਤੇ ਹੁਣ ਗੱਲ ਇੱਥੇ ਤੱਕ ਤੁਸੀਂ ਦੇਖਿਆ ਕਿ ਪਹੁੰਚ ਗਈ ਕਿ ਇੱਕ ਆਫਿਸਰ ਦੇ ਉੱਪਰ ਵੀ ਹਮਲੇ ਵਾਂਗੂ ਕੀਤਾ ਗਿਆ। ਇਸ ਮੁੱਦੇ ਨੂੰ ਅਸੀਂ ਕਾਫੀ ਦੇਰ ਤੋਂ ਇਨਵੈਸਟੀਗੇਟ ਕਰ ਰਹੇ ਹਾਂ, ਤੇ ਜਿਹੜੀ ਇੱਥੇ ਦੀ ਸਿਕਿਉਰਿਟੀ ਕੰਪਨੀ ਹੈਗੀ ਆ, ਕਿਉਂਕਿ ਇਹ ਪ੍ਰਾਈਵੇਟ ਕੰਪਨੀ ਹੈਗੀ ਆ ਜਿਹੜੀ ਕਿ ਓਨ ਕਰਦੀ ਹੈ ਇਸ ਪਲਾਜ਼ਾ ਨੂੰ, ਉਹਨਾਂ ਦੇ ਨਾਲ ਅਸੀਂ ਕੰਮ ਕਰਦੇ ਹਾਂ। ਉਹਨਾਂ ਨੂੰ ਪਿਛਲੇ ਸਾਲ ਵੀ ਰეკਮੈਂਡੇਸ਼ਨ ਕੀਤੀਆਂ ਸੀਗੀਆਂ ਵੀ ਜਿਹੜੀ ਇੱਥੇ ਹੁੱਲੜਬਾਜ਼ੀ ਹੁੰਦੀ ਹੈ ਇਹਨੂੰ ਕਿੱਦਾਂ ਰੋਕਿਆ ਜਾਵੇ, ਬਿਕਾਜ਼ ਪੁਲਿਸ ਉਹਨਾਂ 'ਚ ਹੀ ਐਕਟ ਕਰ ਸਕਦੀ ਹੈ ਜਦੋਂ ਤੁਸੀਂ ਕੰਪਲੇਂਟ ਆਉਂਦੀ ਹੈਗੀ ਆ। ਪੁਲਿਸ ਉੱਦਾਂ ਹੀ ਉਸ ਪ੍ਰੋਐਕਟਿਵ ਕਰਦੀ ਜ਼ਿਆਦਾ ਤੌਰ 'ਤੇ, ਪਰ ਜ਼ਿਆਦਾ ਤੌਰ 'ਤੇ ਅਸੀਂ ਕੰਪਲੇਂਟ ਜਦੋਂ ਆਉਂਦੀ ਹੈ ਫਿਰ ਅਸੀਂ ਉੱਥੇ ਜਾਂਦੇ ਹੈਗੇ ਆ। ਤੇ ਹੁਣ ਜਿਹੜੀ ਇਹ ਕੰਪਨੀ ਇੱਥੇ ਪ੍ਰਾਈਵੇਟ ਸਿਕਿਉਰਿਟੀ ਕਰਦੀ ਹੈਗੀ ਆ, ਉਹਨਾਂ ਨੂੰ ਪਿਛਲੇ ਸਾਲ ਵੀ ਰეკਮੈਂਡੇਸ਼ਨ ਕੀਤੀਆਂ ਗਈਆਂ ਸੀ ਕਿ ਇੱਥੇ ਜਿਹੜੇ ਪਾਰਕਿੰਗ ਲਾਟ ਯੂਜ਼ ਨਹੀਂ ਕੀਤੇ ਜਾ ਰਹੇ, ਆਫਟਰ ਜਦੋਂ ਬਿਜ਼ਨਸ ਬੰਦ ਹੋ ਗਿਆ, ਉਹਨਾਂ ਦੇ ਉੱਪਰ ਬੈਰੀਕੇਡ ਲਾਏ ਜਾਣ, ਤਾਂ ਕਿ ਜਿਹੜੀ ਸਟੰਟਬਾਜ਼ੀ ਹੁੰਦੀ ਹੈਗੀ, ਜਿੱਥੇ ਕਿ ਬਰਨਆਊਟ ਕਰਦੇ ਆ ਕਾਰ ਦਾ ਜਾਂ ਰੇਸਿੰਗ ਹੁੰਦੀ ਹੈਗੀ ਆ, ਉਹਨੂੰ ਠੱਲ ਪਾਈ ਜਾ ਸਕੇ। ਤੇ ਨਾਲ ਨਾਲ ਕੈਮਰੇ ਵੀ ਇੰਸਟਾਲ ਕੀਤੇ ਜਾਣ ਇਸ ਪਾਰਕਿੰਗ ਲਾਟ ਦੇ ਵਿੱਚ, ਤਾਂ ਕਿ ਜੇ ਕੋਈ ਇੱਥੇ ਇਹੋ ਜਿਹੀ ਘਟਨਾ ਹੁੰਦੀ ਆ ਉਹਦਾ ਵੀਡੀਓ ਐਵੀਡੈਂਸ ਹੈਗਾ ਆ। ਤੇ ਇਹਦੇ ਨਾਲ ਨਾਲ ਇਹ ਜਿਹੜੇ ਲੋਕ ਇੱਥੇ ਆ ਕੇ ਚਾਹੁੰਦੇ ਆ ਕਿ ਇੱਥੇ ਅਸੀਂ ਕੁਝ ਵੀ ਕਰ ਸਕਦੇ ਹਾਂ, ਉਹਨਾਂ ਨੂੰ ਵੀ ਥੋੜ੍ਹਾ ਡਰ ਹੋਊਗਾ ਕਿ ਇੱਥੇ ਕੈਮਰਾ ਲੱਗੇ ਆ ਵੀ ਮੈਨੂੰ ਸੋਚਣਾ ਚਾਹੀਦਾ ਹੈ ਕੁਝ ਵੀ ਕਰਨ ਤੋਂ ਪਹਿਲਾਂ। ਸੋ ਉਹ ਰეკਮੈਂਡੇਸ਼ਨ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ ਹੈਗੀਆਂ। ਅਸੀਂ ਫਿਰ ਦੁਬਾਰਾ ਬਿਜ਼ਨਸ ਵਾਲਿਆਂ ਨਾਲ ਗੱਲ ਕਰ ਰਹੇ ਹਾਂ ਤਾਂ ਕਿ ਜਿਹੜੇ ਆਪਣੀਆਂ ਫੈਮਲੀਜ਼ ਆਉਂਦੀਆਂ ਹੈਗੀਆਂ ਇਸ ਏਰੀਏ ਦੇ ਵਿੱਚ, ਉਹ ਸੇਫ ਫੀਲ ਕਰ ਸਕਣ। ਆਪਣੇ ਆ ਕੇ ਜਿਸ ਨੂੰ ਮੂਵੀ ਦੇਖਣੀ ਆ, ਉਹਨਾਂ ਨੂੰ ਡਰ ਨਾ ਹੋਵੇ ਕਿਸੇ ਚੀਜ਼ ਦਾ। ਕੰਸਟੇਬਲ ਸੰਘਾ, ਉਹ ਜਿਹੜੇ ਸਟੂਡੈਂਟ ਹੈਗੇ ਨੇ, ਉਹਨਾਂ ਦੇ ਵੀ ਪੁਆਇੰਟ ਆਫ ਵਿਊ ਹੈਗਾ ਕੁਝ ਕਿ ਉਹਨਾਂ ਨਾਲ ਸ਼ਾਇਦ ਆਫੀਸਰ ਨੇ ਉਹਨਾਂ ਨੂੰ ਹੀ ਪਿਨ ਪੁਆਇੰਟ ਕੀਤਾ, ਹਾਲਾਂਕਿ ਹੋਰ ਲੋਕੀ ਵੀ ਇੱਦਾਂ ਦੀ ਐਕਟੀਵਿਟੀ ਕਰ ਰਹੇ ਸੀਗੇ। ਇਹਦੀ ਵੀ ਕੋਈ ਤੁਹਾਡੇ ਲੈਵਲ 'ਤੇ ਜਾਂ ਪੁਲਿਸ ਦੀ ਕੋਈ ਇਨ ਹਾਊਸ ਕੋਈ ਇਨਕੁਆਇਰੀ ਹੋ ਸਕਦੀ ਹੈ? ਬਿਲਕੁਲ ਜੀ, ਦੇਖੋ ਜੀ, ਕਹਿੰਦੇ ਹੁੰਦੇ ਹਰੇਕ ਚੀਜ਼ ਲਈ ਬਣੀ ਹੈਗਾ ਸਟੈਪ,
ਇੱਦਾਂ ਵੀ ਹੈਗਾ ਜਦੋਂ ਤੁਹਾਨੂੰ ਵਾਇਲੇਸ਼ਨ ਟਿਕਟ ਮਿਲਦੀ ਆ, ਤੁਸੀਂ ਕੋਈ ਵੀ ਹੈਗੇ ਆ, ਤੁਹਾਡਾ ਸਟੇਟਸ ਕੁਝ ਵੀ ਹੈਗਾ ਕੈਨੇਡਾ ਵਿੱਚ, ਜੇ ਤੁਹਾਨੂੰ ਵਾਇਲੇਸ਼ਨ ਟਿਕਟ ਮਿਲੀ ਆ ਤੇ ਤੁਸੀਂ ਉਹਦੇ ਨਾਲ ਸਹਿਮਤ ਨਹੀਂ ਹੈਗੇ, ਉਸ ਟਿਕਟ ਦੇ ਪਿੱਛੇ ਲਿਖਿਆ ਹੋਇਆ ਹੈਗਾ ਕਿ ਤੁਸੀਂ ਇਹਨੂੰ ਡਿਸਪਿਊਟ ਕਿੱਦਾਂ ਕਰਨਾ ਹੈਗਾ। ਇਸੇ ਤਰ੍ਹਾਂ ਹੀ ਜੇ ਤੁਹਾਨੂੰ ਕੋਈ ਆਫਿਸ ਤੁਹਾਡੇ ਨਾਲ ਡੀਲ ਕਰਦਾ ਆ ਤੇ ਤੁਹਾਨੂੰ ਉਹਦਾ ਬਿਹੇਵੀਅਰ ਠੀਕ ਨਹੀਂ ਲੱਗਾ, ਤੁਹਾਨੂੰ ਲੱਗਾ ਕਿ ਇਹ ਪਰਸਨ ਮੇਰੇ ਵਾਲਾ ਰੇਸਿਸਟ ਸੀਗਾ ਜਾਂ ਮੈਨੂੰ ਕੋਈ ਰੇਸਿਸਟ ਕਮੈਂਟ ਬਣਾਏ ਹੈਗੇ ਆ, ਤਾਂ ਉਹਦੇ ਵਿੱਚ ਵੀ ਪ੍ਰੋਸੈਸ ਇਨ ਪਲੇਸ ਹੈਗੀ ਹੈ ਜਿੱਥੇ ਤੁਸੀਂ ਕੀ ਕੰਪਲੇਂਟ ਫਾਈਲ ਕਰ ਸਕਦੇ ਆ। ਸਾਡੀ ਪ੍ਰੋਫੈਸ਼ਨਲ ਸਟੈਂਡਰਡ ਯੂਨਿਟ ਹੈਗੀ ਆ ਜਿਨ੍ਹਾਂ ਨੂੰ ਤੁਸੀਂ ਫੋਨ ਕਰਕੇ ਆਪਣੀ ਕੰਪਲੇਂਟ ਫਾਈਲ ਕਰ ਸਕਦੇ ਆ, ਤੇ ਇਹ ਜਿਹੜੀ ਕੰਪਲੇਂਟ ਹੈਗੀ ਆ ਇੱਕ ਇੰਡੀਪੈਂਡੈਂਟ ਏਜੰਸੀ ਹੈਗੀ ਆ ਜਿਹਨੂੰ ਰਿਵਿਊ ਕਰਦੀ ਹੈਗੀ ਆ। ਸੋ ਇਹਦੇ ਵਿੱਚ ਕੋਈ ਘਪਲਾ ਨਹੀਂ ਹੈਗਾ। ਜੇ ਕੋਈ ਆਫਿਸਰ ਇਦਾਂ ਦਾ ਹੈਗਾ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਦੀ ਕੰਪਲੇਂਟ ਕਰੋ ਤਾਂ ਕਿ ਕਿਸੇ ਹੋਰ ਨਾਲ ਇਹੋ ਜਿਹਾ ਵਿਹਾਰ ਦੁਬਾਰਾ ਨਾ ਹੋਵੇ। ਇੱਕ ਆਫੀਸਰ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ ਕਿ ਅਸੀਂ ਰੋਡਸ ਤੇ ਵੀ ਆਮ ਦੇਖਦੇ ਹਾਂ ਸਰੀ ਦੇ ਵਿੱਚ ਕਿ ਲੋਕੀ ਮੁੰਡੇ ਆਪਣੇ, ਖਾਸ ਕਰਕੇ ਪੰਜਾਬੀ ਮੁੰਡੇ, ਬੜਾ ਲਾਊਡ ਮਿਊਜ਼ਿਕ ਲਗਾ ਕੇ ਗੱਡੀਆਂ ਚਲਾਉਂਦੇ ਨੇ। ਉਹਦੀ ਪਰਮਿਸਿਬਲ ਲਿਮਟ ਕੀ ਹੈ ਤਾਂ ਕਿ ਲੋਕਾਂ ਨੂੰ ਇਹ ਅਵੇਅਰਨੈਸ ਪਹੁੰਚੇ ਕਿ ਕੀ ਉਹ ਵੀ ਚਾਰजेस ਹੋ ਸਕਦੇ ਨੇ ਜੇ ਉਹਨਾਂ ਦੀ ਗੱਡੀ ਤੋਂ ਬਾਹਰ ਉਹਨਾਂ ਦਾ ਮਿਊਜ਼ਿਕ ਐਪਰੈਂਟਲੀ ਸੁਣ ਰਿਹਾ। ਦੇਖੋ ਜੀ, ਜਿਹੜਾ ਮਿਊਜ਼ਿਕ ਇਹਦੇ ਉੱਪਰ ਲਿਮਿਟ, ਆਪਾਂ ਹੁਣ ਕਹਿ ਲਓ ਪਾਰਟੀਜ਼ ਹੁੰਦੀਆਂ ਆਪਣੇ ਫੈਮਲੀਜ਼ ਦੇ ਵਿੱਚ, ਵਿਆਹ ਹੁੰਦਾ ਆ ਨੇਬਰਹੁੱਡ ਦੇ ਵਿੱਚ, ਕਈ ਵਾਰ ਸਾਨੂੰ ਕੰਪਲੇਂਟ ਆਉਣੀ ਆ ਵੀ ਇੱਥੇ ਪਾਰਟੀ ਹੋ ਰਹੀ ਆ ਆਫਟਰ ਸਰਟਨ 10 PM ਔਰ 11 PM, ਜੋ ਉਸ ਤੋਂ ਬਾਅਦ ਵੀ ਹਲੇ ਤੱਕ ਉਹਨਾਂ ਦਾ ਲਾਊਡ ਮਿਊਜ਼ਿਕ ਚੱਲ ਰਿਹਾ ਹੈ, ਤਾਂ ਗੁਆਂਢੀ ਕੰਪਲੇਨ ਕਰਦੇ ਆ ਤੇ ਅਸੀਂ ਜਾ ਕੇ ਉਸ ਓਨਰ ਨਾਲ ਗੱਲ ਕਰਾਂਗੇ, ਉਹਨਾਂ ਨਾਲ ਕਹਾਂਗੇ ਤੁਹਾਡੇ ਗੁਆਂਢੀਆਂ ਨੂੰ ਬੋਦਰੇਸ਼ਨ ਹੋ ਰਹੀ ਹੈ, ਤੁਸੀਂ ਵੋਲਿਊਮ ਘੱਟ ਕਰ ਲਓ। ਤੇ ਉਹ ਲੋਕੀ ਕੋਆਪਰੇਟਿਵ ਹੁੰਦੇ ਆ, ਕਹਿੰਦੇ ਜੀ ਠੀਕ ਹੈ ਅਸੀਂ ਅੱਜ ਘੱਟ ਕਰ ਲੈਂਦੇ ਹਾਂ, ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਚਾਹੇ ਉਹ ਵਿਆਹ ਹੈ ਚਾਹੇ ਕੋਈ ਹੋਰ ਵੀ ਓਕੇਸ਼ਨ ਹੈਗਾ। ਇਸੇ ਤਰ੍ਹਾਂ ਹੀ ਜਦੋਂ ਕੋਈ ਗੱਡੀ ਦੇ ਵਿੱਚ ਉੱਚੀ ਤਰ੍ਹਾਂ ਮਿਊਜ਼ਿਕ ਲਾ ਕੇ ਚਲਾ ਰਿਹਾ ਤੇ ਉਹਦੇ ਨਾਲ ਬਾਕੀ ਲੋਕਾਂ ਨੂੰ ਬੋਦਰੇਸ਼ਨ ਹੋ ਰਹੀ ਆ ਤੇ ਸਾਨੂੰ ਉਹ ਕੰਪਲੇਨ ਕਰਦੇ ਆ, ਅਸੀਂ ਬਿਲਕੁਲ ਜਾ ਕੇ ਉਹਨਾਂ ਨੂੰ ਸਟਾਪ ਕਰ ਸਕਦੇ ਹਾਂ ਤੇ ਉਹਨਾਂ ਦੀ ਜਿਹੜੀ ਇਹ ਲਾਊਡ ਮਿਊਜ਼ਿਕ ਬਾਰੇ ਉਹਨਾਂ ਨੂੰ ਦੱਸ ਸਕਦੇ ਹਾਂ। ਜ਼ਿਆਦਾ ਤੌਰ 'ਤੇ ਜੇ ਅਸੀਂ ਬੰਦੇ ਨੂੰ ਦੱਸਦੇ ਹਾਂ ਕਿ ਜਿਹੜਾ ਤੁਸੀਂ ਮਿਊਜ਼ਿਕ ਚਲਾ ਰਹੇ ਆ ਉਹਨਾਂ ਨੂੰ ਬਾਕੀ ਲੋਕਾਂ ਦੀ ਸ਼ਾਂਤੀ ਭੰਗ ਹੋ ਰਹੀ ਆ, ਜ਼ਿਆਦਾ ਤੌਰ 'ਤੇ ਲੋਕੀ ਲਿਸਨ ਕਰਦੇ ਆ ਤੇ ਆਪਣੇ ਮਿਊਜ਼ਿਕ ਟਰਨ ਡਾਊਨ ਕਰ ਦਿੰਦੇ ਹੈਗੇ ਆ। ਤੇ ਜੇ ਕੋਈ ਮੰਨਦਾ ਨਹੀਂ ਹੈਗਾ ਤਾਂ ਇੱਥੇ ਕਹਿ ਲਓ ਪਬਲਿਕ ਮਿਸਚੀਫ ਵਾਂਗੂ ਤੁਸੀਂ ਬਾਕੀਆਂ ਦੀ ਸ਼ਾਂਤੀ ਭੰਗ ਕਰਨ ਲਈ ਵੀ ਤੁਸੀਂ ਕਹਿ ਲਓ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਸਕਦੇ ਹੈਗੇ ਅਸੀਂ। ਇਹਦੇ ਨਾਲ ਨਾਲ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੂੰਗਾ ਜੀ ਕਿ ਦੇਖੋ ਇੰਟਰਨੈਸ਼ਨਲ ਸਟੂਡੈਂਟ ਆਪਣੇ ਖਾਸ ਕਰਕੇ ਇੰਡੀਆ ਤੋਂ ਬਹੁਤ ਆ ਰਹੇ ਨੇ, ਪੰਜਾਬ ਤੋਂ ਬਹੁਤ ਆ ਰਹੇ ਨੇ, ਉਹਨਾਂ ਲਈ ਉਹ ਇੰਨੇ ਕੁ ਐਕਸਾਈਟਿਡ ਹੁੰਦੇ ਨੇ ਜਦੋਂ ਵੀਜ਼ਾ ਲੱਗ ਜਾਂਦਾ ਕਿ ਹੋਰ ਸ਼ਾਇਦ ਉਹ ਕੰਡੀਸ਼ਨਸ ਦੇ ਵਿੱਚ ਗੋ ਥਰੂ ਹੁੰਦੇ ਹੀ ਨਹੀਂ ਗੇ। ਕੀ ਉਹਨਾਂ ਨੂੰ ਪੁਲਿਸ ਦੇ ਇੱਥੇ ਕੀ ਲਾਜ਼ ਕੀ ਨੇ, ਉਹ ਸਾਰੇ ਟ੍ਰੈਫਿਕ ਰੂਲਸ ਕੀ ਨੇ, ਕਿੱਦਾਂ ਉਹਨਾਂ ਨੂੰ ਕਰਨਾ ਹੈਗਾ, ਫੋਲੋ ਕਰਨਾ, ਉਹਦੇ ਲਈ ਕੋਈ ਪ੍ਰੋਪਰ ਵੈਬਸਾਈਟ ਹੈਗੀ ਹੈ ਜਿੱਥੇ ਉਹਨਾਂ ਨੂੰ ਪ੍ਰੋਪਰ ਹਰ ਚੀਜ਼ ਦੀ ਇਨਫੋਰਮੇਸ਼ਨ ਮਿਲ ਸਕੇ? ਦੇਖੋ ਜੀ, ਪਹਿਲੀ ਤਾਂ ਗੱਲ ਇਹ ਹੈਗੀ ਕਿ ਜਦੋਂ ਵੀ ਤੁਸੀਂ ਇੰਟਰਨੈਸ਼ਨਲ ਲਾਇਸੈਂਸ ਲੈ ਕੇ ਆਉਂਦੇ ਹੈਗੇ ਕੈਨੇਡਾ ਦੇ ਵਿੱਚ, ਤੁਸੀਂ ਉਹਦੇ ਨਾਲ ਥੋੜ੍ਹਾ ਜਿਹਾ ਗੱਡੀ ਚਲਾ ਸਕਦੇ ਹੈਗੇ ਆ, ਪਰ ਉਹਦੇ ਨਾਲ ਜਿਹੜੇ ਇੱਥੇ ਦੇ ਕੈਨੇਡਾ ਦੇ ਟ੍ਰੈਫਿਕ ਦੇ ਰੂਲਸ ਜਾਣਨੇ ਉਹ ਤੁਹਾਡੇ ਉੱਪਰ ਡਿਪੈਂਡ ਕਰਦਾ ਕਿ ਤੁਸੀਂ ਉਹਨਾਂ ਰੂਲਸ ਨੂੰ ਜਾਣੋ, ਕਿਉਂਕਿ ਤੁਸੀਂ ਇੱਥੇ ਗੱਡੀ ਚਲਾਉਣੀ ਹੈਗੀ ਆ। ਅਤੇ ਜਿਹੜੀ ਆਪਣੀ ਵੈਬਸਾਈਟ ਹੈਗੀ ਆਪਣੀ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ, ਉਹਨਾਂ ਨੇ ਬਹੁਤ ਡੀਟੇਲਸ ਦੇ ਵਿੱਚ ਆਪਣੀ ਵੈਬਸਾਈਟ 'ਤੇ ਲਿਖਿਆ ਹੋਇਆ ਹੈਗਾ ਕੀ ਕੀ ਰਿਕੁਆਇਰਮੈਂਟ ਹੈਗੀਆਂ, ਕੀ ਤੁਸੀਂ ਚੀਜ਼ਾਂ ਕਰ ਸਕਦੇ ਆ ਆਪਣੀ ਗੱਡੀ ਨਾਲ, ਕੀ ਚੇਂਜ ਕਰ ਸਕਦੇ ਕੀ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਜੇ ਤੁਸੀਂ ਸਾਡੀ ਵੈਬਸਾਈਟ 'ਤੇ ਜਾਂਦੇ ਹੈਗੇ surrey.rcmp.ca, ਉੱਥੇ ਵੀ ਤੁਹਾਨੂੰ ਕੱਲਾ ਸੈਕਸ਼ਨ ਮਿਲ ਜਾਣਾ ਹੈਗਾ ਜਿਹੜਾ ਕਿ ਤੁਹਾਨੂੰ ਦੱਸ ਸਕਦਾ ਆ ਕਿ ਤੁਸੀਂ ਕਿਹੜੇ ਚੇਂਜਸ ਆਪਣੀ ਗੱਡੀ 'ਚ ਕਰ ਸਕਦੇ ਆ, ਕਿਹੜੇ ਨਹੀਂ ਕਰ ਸਕਦੇ। ਜ਼ਿਆਦਾ ਤੌਰ 'ਤੇ ਹੁਣ ਜਿਹੜਾ ਇਹ ਆਪਾਂ ਸਟ੍ਰਾਬੇਰੀ ਹਿੱਲ ਏਰੀਆ ਦੀ ਗੱਲ ਕਰੀਏ, ਇਸ ਵੀਕਐਂਡ ਸਾਡੇ ਵੱਲੋਂ ਲਾਅ ਇਨਫੋਰਸਮੈਂਟ ਕੀਤੀ ਗਈ ਸੀ, ਉਹਦੇ ਵਿੱਚ ਕਾਫੀ ਟਿਕਟਾਂ ਇਸ਼ੂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਕਿ ਕਈ ਲੋਕਾਂ ਨੇ ਆਪਣੀਆਂ ਫਰੰਟ ਵਿੰਡੋ ਸਟਿੰਟ ਕੀਤੀਆਂ ਸੀਗੀਆਂ ਜਿਹੜੀਆਂ ਕਿ ਤੁਸੀਂ ਨਹੀਂ ਕਰ ਸਕਦੇ ਹੈਗੇ, ਅਗੇਂਸਟ ਦਾ ਮੋਟਰ ਵਹੀਕਲ ਐਕਟ ਹੈਗਾ। ਤੇ ਆਪਣੇ ਮਫਲਰ ਨੂੰ ਰਿਮੂਵ ਕਰ ਲੈਣਾ, ਉਹਦੇ ਥੈਂ ਸਾਊਂਡ ਐਮਿਟਿੰਗ ਡਿਵਾਈਸ ਲਾ ਲੈਣੀ, ਇਹ ਵੀ ਕਾਨੂੰਨ ਦੇ ਖਿਲਾਫ ਹੈਗਾ, ਤੁਸੀਂ ਇਹ ਵੀ ਨਹੀਂ ਕਰ ਸਕਦੇ ਹੈਗੇ। ਸੋ ਇਹੋ ਜਿਹੀਆਂ ਕਈ ਖਾਮੀਆਂ ਲੋਕੀ ਸੋਚਦੇ ਕਿ ਮੈਂ ਆਪ ਆਪਣੀ ਗੱਡੀ ਦੇ ਵਿੱਚ ਚੇਂਜਸ ਕਰ ਲਏ ਆ, ਪਰ ਇਹ ਨਹੀਂ ਸੋਚਦੇ ਹੈਗੇ ਵੀ ਇਹ ਅਕੋਰਡਿੰਗ ਟੂ ਲਾਅ ਹੈਗਾ ਜਾਂ ਨਹੀਂ ਹੈਗਾ। ਸੋ ਸਪੈਸ਼ਲੀ ਕੈਨੇਡਾ ਦੇ ਵਿੱਚ ਤੁਹਾਨੂੰ ਪਹਿਲਾਂ ਉਹਦੇ ਬਾਰੇ ਸ਼ਨਾਖਤ ਆਪ ਕਰਨੀ ਚਾਹੀਦੀ ਹੈਗੀ ਆ ਕਿ ਜਿਹੜਾ ਮੈਂ ਆਪਣੀ ਗੱਡੀ ਵਿੱਚ ਚੇਂਜ ਕਰਨ ਲੱਗਾ ਹੈਗਾ, ਇਹਦੇ ਉੱਪਰ ਪੈਸੇ ਲਾਉਣ ਲੱਗਾ ਹੈਗਾ ਆ, ਇਹ ਲਾਅ ਦੇ ਅਕੋਰਡਿੰਗ ਹੈਗਾ ਚਾਹੇ ਨਹੀਂ ਹੈਗਾ। ਆਫੀਸਰ, ਕੀ ਜਿਹੜੇ ਉਸ ਜੇ ਇਨਸੀਡੈਂਟ ਜਿਹੜਾ ਹੋਇਆ ਐਕਚੁਅਲ ਦੇ ਵਿੱਚ ਉਹਨਾਂ ਨੂੰ ਕਰਨਾ ਕੀ ਚਾਹੀਦਾ ਸੀ? ਜੇ ਉਹ ਟਿਕਟ ਉਹਨਾਂ ਨੂੰ ਲੱਗਦਾ ਵੀ ਸੀ ਕਿ ਅਨਜਸਟੀਫਾਈਡ ਹੈ ਤਾਂ ਉਹਨਾਂ ਨੂੰ ਕਿਸ ਤਰੀਕੇ ਉਹਨਾਂ ਨੂੰ ਐਕਸੈਪਟ ਕਰਕੇ ਫਿਰ ਉਹ ਚੈਲੰਜ ਕਰਨਾ ਚਾਹੀਦਾ ਸੀ? ਬਿਲਕੁਲ ਜੀ, ਸਾਡਾ ਨੋਰਮਲ ਪ੍ਰੋਸੀਜਰ ਇਹੀ ਆ। ਚਾਹੇ ਮੈਂ ਡਰਾਈਵ ਕਰਦੀ ਹੋਵਾਂ, ਮੈਨੂੰ ਪੁਲਿਸ ਆਫਿਸਰ ਨੇ ਪੁੱਲ ਓਵਰ ਕੀਤਾ ਤੇ ਮੈਨੂੰ ਟਿਕਟ ਦੇ ਦਿੱਤੀ ਹੈਗੀ ਆ, ਮੇਰਾ ਉਸ ਲਈ ਫਰਜ਼ ਹੈਗਾ ਕਿ ਟਿਕਟ ਮੈਂ ਲੈ ਲਈ ਆ, ਪਿੱਛੇ ਮੈਂ ਇੰਸਟਰਕਸ਼ਨ ਪੜ੍ਹ ਲਈ ਕਿ ਇਹਦੇ ਉੱਪਰ ਲਿਖਿਆ ਹੈਗਾ ਇੱਥੇ ਜਾ ਕੇ ਤੁਸੀਂ ਡਿਸਪਿਊਟ ਕਰ ਸਕਦੇ ਆ, ਮੇਰੇ ਕੋਲ ਇੰਨੇ ਦਿਨ ਹੈਗੇ ਆ ਡਿਸਪਿਊਟ ਕਰਨ ਨੂੰ ਟਿਕਟ ਨੂੰ। ਮੈਂ ਐਕਚੁਅਲੀ ਤੁਹਾਨੂੰ ਆਪਣੀ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦੀ ਹਾਂ। ਪੁਲਿਸ ਆਫਿਸਰ ਬਣਨ ਤੋਂ ਪਹਿਲਾਂ ਮੈਨੂੰ ਇੱਕ ਟਿਕਟ ਮਿਲੀ ਸੀਗੀ ਤੇ ਟਿਕਟ ਮੈਨੂੰ ਮਿਲੀ ਸੀਗੀ, ਮੈਂ
ਯੈਲੋ ਲਾਈਟ ਰੈੱਡ ਲਾਈਟ ਹੋ ਗਈ ਸੀ ਜਦੋਂ ਮੈਂ ਇੰਟਰਸੈਕਸ਼ਨ ਕਲੀਅਰ ਕੀਤਾ ਸੀ, ਤੇ ਉਸ ਦਿਨ ਬਹੁਤ ਹੀ ਜ਼ਿਆਦਾ ਰੇਨ ਹੋ ਰਹੀ ਸੀਗੀ। ਸੋ ਆਫਿਸਰ ਨੇ ਮੈਨੂੰ ਪੁੱਲ ਓਵਰ ਕੀਤਾ, ਮੈਨੂੰ ਟਿਕਟ ਇਸ਼ੂ ਕਰ ਦਿੱਤੀ, ਤੇ ਮੈਂ ਅਫਸਰ ਨੂੰ ਦੱਸਿਆ ਵੀ ਮੈਂ ਰੁਕ ਨਹੀਂ ਸਕਦੀ ਸੀ। ਜੇ ਮੈਂ ਰੁਕਦੀ ਤਾਂ ਮੈਂ ਇੰਟਰਨੈਸ਼ਨਲ ਦੇ ਗੱਭੇ ਆ ਕੇ ਇੰਟਰਸੈਕਸ਼ਨ ਸੀ ਉਹਦੇ ਗੱਭੇ ਜਾ ਕੇ ਰੁਕਣਾ ਸੀ। ਉਹ ਕਹਿੰਦਾ ਨਹੀਂ, ਤੂੰ ਰੈੱਡ ਲਾਈਟ ਨੰਗੀ ਹੈਗੀ ਆ ਤਾਂ ਤੈਨੂੰ ਟਿਕਟ ਬਣਦੀ ਹੈਗੀ। ਸੋ ਟਿਕਟ ਇਸ਼ੂ ਕਰ ਦਿੱਤੀ ਉਹਨੇ ਮੈਨੂੰ। ਮੈਂ ਉਸ ਟਿਕਟ ਦਾ ਡਿਸਪਿਊਟ ਕੀਤਾ, ਮੈਂ ਕੋਰਟ ਗਈ, ਤੇ ਆਫਿਸਰ ਬਿਜ਼ੀ ਸੀ ਉਸ ਦਿਨ, ਉਹ ਨਹੀਂ ਆਇਆ। ਸੋ ਜੱਜ ਜਿਹੜਾ ਸੀਗਾ ਉਹਨੇ ਕਿਹਾ ਤੇਰੀ ਟਿਕਟ ਕੈਂਸਲ। ਸੋ ਦੈਟਸ ਵਾਟ ਹੈਪਨਸ ਇਨ ਮੋਸਟ ਕੇਸਿਸ। ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਟਿਕਟ ਤੁਹਾਨੂੰ ਇਸ਼ੂ ਕੀਤੀ ਗਈ ਆ ਉਹ ਵਾਜਬ ਨਹੀਂ ਹੈਗੀ, ਤੁਹਾਡੇ ਕੋਲ ਐਵੀਡੈਂਸ ਹੈਗਾ ਆ ਉਹਦੇ ਖਿਲਾਫ, ਤੁਸੀਂ ਉਹਨੂੰ ਡਿਸਪਿਊਟ ਕਰੋ, ਕੋਰਟ ਜਾਓ ਤੇ ਆਪਣਾ ਪੱਖ ਜ਼ਰੂਰ, ਆਪਣਾ ਪਹਿਲੂ ਦਿਓ ਉੱਥੇ ਜਾ ਕੇ ਜੱਜ ਨੂੰ, ਤਾਂ ਕਿ ਤੁਹਾਡੀ ਈਦਰ ਟਿਕਟ ਤੁਹਾਨੂੰ ਉਹ ਮਾਫ ਕਰ ਸਕਦੇ ਆ ਜਾਂ ਤੁਹਾਡਾ ਜਿਹੜਾ ਫਾਈਨ ਹੈਗਾ ਉਹਨੂੰ ਡਿਕਰੀਜ਼ ਵੀ ਕਰ ਸਕਦੇ ਹੈਗੇ ਆ। ਤੁਸੀਂ ਤਾਂ ਬਹੁਤ ਸਾਰੇ ਕੇਸਸ ਡੀਲ ਕਰਦੇ ਹੋ ਜੀ। ਇਸ ਕੇਸ ਨੂੰ ਤਕਰੀਬਨ ਕੋਰਟ ਦੇ ਵਿੱਚ ਡਿਸਾਈਡ ਹੁੰਦਿਆਂ ਟਾਈਮ ਲਾਈਨ ਕਿੰਨੀ ਕੁ ਹੈਗੀ ਹੈ, ਕਿੰਨੇ ਕੁ ਟਾਈਮ 'ਚ ਡਿਸਾਈਡ ਹੋ ਜਾਂਦਾ ਕੇਸ? ਹਰੇਕ ਇਨਵੈਸਟੀਗੇਸ਼ਨ ਡਿਪੈਂਡ ਕਰਦੀ ਹੈਗੀ ਆ ਉਹਦੇ ਵਿੱਚ ਕਿੰਨੀਆਂ ਕਿ ਇੰਟਰਕਿਸੀਜ਼ ਹੈਗੀਆਂ ਆ, ਕਿੰਨਾ ਕੁ ਐਵੀਡੈਂਸ ਹੈਗਾ ਆ, ਤੇ ਕੋਰਟ ਦੇ ਵਿੱਚ ਕਿੰਨਾ ਟਾਈਮ ਹੈਗਾ ਆ। ਯੂਜੂਲੀ 1 ਸਾਲ ਤੋਂ 2 ਸਾਲ ਤੱਕ ਇਨਵੈਸਟੀਗੇਸ਼ਨ ਲੱਗ ਜਾਂਦੀਆਂ ਹੈਗੀਆਂ ਕੋਰਟ ਦੇ ਵਿੱਚ। ਸਾਡੇ ਨਾਲ ਗੱਲਬਾਤ ਕਰਨ ਲਈ ਕੈਪਟਨ ਕਨਸਟੇਬਲ ਸੰਘਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਕਮਿਊਨਿਟੀ ਨੂੰ ਜਿੰਨੀ ਇਨਫੋਰਮੇਸ਼ਨ ਸ਼ੇਅਰ ਹੋ ਸਕਦੀ ਹੈ ਅਸੀਂ ਕਰਨਾ ਚਾਹੁੰਦੇ ਹਾਂ, ਤੇ ਸਪੈਸ਼ਲੀ ਮੈਂ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਜੋਰਟੀ ਆਫ ਦ ਇੰਟਰਨੈਸ਼ਨਲ ਸਟੂਡੈਂਟ ਉਹ ਬਹੁਤ ਹਾਰਡ ਵਰਕਿੰਗ ਹੈਗੇ ਆ, ਤੇ ਉਹ ਆਪਣੇ ਡ੍ਰੀਮਸ ਲੈ ਕੇ ਇਸ ਕੰਟਰੀ 'ਚ ਆਏ ਆ। ਅਸੀਂ ਉਹਨਾਂ ਦਾ ਬਹੁਤ ਵੈਲਕਮ ਕਰਦੇ ਹਾਂ, ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਕਿ ਆਪਣੀ ਸਕਸੈਸਫੁਲ ਜ਼ਿੰਦਗੀ ਇੱਥੇ ਬਿਤਾ ਰਹੇ ਹੈਗੇ ਆ। ਇਹ ਸਿਰਫ ਛੋਟਾ ਗਰੁੱਪ ਆਫ ਪੀਪਲ ਹੈਗੇ ਆ ਜਿਹੜੇ ਕਿ ਇਹੋ ਜਿਹੇ ਕੰਮ ਕਰਕੇ ਬਾਕੀਆਂ ਨੂੰ ਵੀ ਬਦਨਾਮ ਕਰ ਰਹੇ ਹੈਗੇ ਆ। ਸੋ ਮੈਨੂੰ ਉਹਨਾਂ ਨੂੰ ਵੀ ਇਹੀ ਰਿਕੁਐਸਟ ਹੈਗੀ ਆ, ਤੁਸੀਂ ਇਸ ਕੰਟਰੀ ਵਿੱਚ ਆਏ ਆ ਇੱਕ ਬੈਟਰ ਲਾਈਫ ਲਈ, ਇਸ ਬੈਟਰ ਲਾਈਫ ਲਈ ਇੱਥੇ ਦੇ ਕਾਨੂੰਨ ਤੁਹਾਨੂੰ ਫੋਲੋ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਥੈਂਕ ਯੂ ਵੈਰੀ ਮਚ ਜੀ। ਇਹ ਸਨ ਸਾਥੀਓ ਕਨਸਟੇਬਲ ਸੰਘਾ ਜੀ, ਜਿਨ੍ਹਾਂ ਨੇ ਦੱਸਿਆ ਕਿ ਇਹ ਕੇਸ ਦੇ ਵਿੱਚ ਹੁਣ ਕੀ ਪ੍ਰੋਗਰੈਸ ਹੋਈ ਹੈ। 2 ਜਿਹੜੇ ਸੀਗੇ ਉਹਦੇ 'ਚ ਇਨਵੋਲਵ ਬੰਦੇ ਉਹ ਆਇਡੈਂਟੀਫਾਈ ਹੋ ਗਏ ਨੇ, ਤੇ ਬਾਕੀ ਕੇਸ ਦੀ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ, ਤੇ ਜੋ ਵੀ ਅਪਡੇਟ ਆਏਗਾ ਉਹ ਵੀ ਤੁਹਾਨੂੰ ਅਸੀਂ ਦੱਸਦੇ ਰਹਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।